सो टिक्का सो बहना सोई दीवाना। प्यो दादे जे विहा पोता परवाना। जिन बाशक नेत्र कत्या कर नेही ताना। जिन समुंद विरोलिया कर मेर मदाना। 14 रतन निकालियन की तोन चानान। घोड़ा कीतो सहजदा जत कियो भलान। तनख चढ़ायो सत दा जस हंदा बाण। कल विच तू अंधार सा चढ़िया रह भाण। सतहों खेत जमायो सतहों छावाण। नित रसोई तेरी है घ्यो मैदा खाना। चारे कुंडा सुजियोस मन में शब्द परवान। आवा गौण निवारियो कर नदर निशान। अवतरिया अवतार लै सो पुरख सजाना। चखड़ वाओ न डोलई पर्वत मेरान। जाने बिरथा जी की जानी हो जाना। क्या सालाही सच्चे पातशाह जान तू सुगढ़ सुजाना। दान जे सतगुर भावसी सो सत्ते दान। नानक हंदा छत्र सिर उम्मत हैरान। सो टिक्का सो बहना सोई दीवाना। प्यो दादे जे विहा पोत्रा परवाना। परम सन्मानयोग चवर छतर तख्त दे मालक हाजरा हजूर ज़हरा ज़हूर सर्व कला भरपूर ज्ञान दे अगमी भंडार गुरता गद्दी ते सुभाएमान धन सतगुरु गुरु ग्रंथ साहिब महाराज पातशाह जी की पावन पवित्र हजूरी अंदर सर्वंसदानी अमृत के दाते कलगीधर पातशाह महाराज जी के पावन दरबार गुरुद्वारा बादशाही बाग पातशाही 10वीं विखे आप समूह संगत सजे हुए अमृत वेले दे दीवाना दियां हाजरियां भर रहे हो।
ਸਮਾਂ ਹੋਇਆ ਹੈ ਬਾਣੀ ਦੀ ਵਿਚਾਰ ਨਾਲ ਜੁੜਨ ਦਾ। ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਸਾਰੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੀ ਦਇਆ ਮਿਹਰਾਮਤ ਦੇ ਸਦਕਾ ਰਾਮਕਲੀ ਰਾਗ ਵਿੱਚੋਂ ਭਾਈ ਬਲਵੰਡ ਰਾਏ ਜੀ, ਭਾਈ ਸੱਤਾ ਜੀ, ਤਿੰਨਾਂ ਦੀ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਉਚਾਰਨ ਕੀਤੀ ਹੋਈ ਬਾਣੀ ਰਾਮਕਲੀ ਕੀ ਵਾਰ, ਇਸ ਦੀ ਵਿਚਾਰ ਚੱਲ ਰਹੀ ਹੈ, ਜਿਸ ਵਿੱਚੋਂ 5 ਪੌੜੀਆਂ ਤੱਕ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ 6ਵੀਂ ਪੌੜੀ, ਜਿਸ ਦਾ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਵਿਚਾਰ ਅਧੀਨ ਹੈ। ਇਸ ਪੌੜੀ ਦੀ ਵਿਚਾਰ ਦ੍ਰਿੜ ਕਰਨ ਦਾ, ਸਮਝਣ ਦਾ ਯਤਨ ਕਰੀਏ। ਇਸ ਵਾਰ ਵਿੱਚ ਕੁੱਲ 8 ਪੌੜੀਆਂ ਹਨ ਤੇ ਹੁਣ ਤੱਕ ਦੀਆਂ ਜੋ 5 ਪੌੜੀਆਂ ਅਸੀਂ ਵਿਚਾਰ ਚੁੱਕੇ ਹਾਂ, ਇਹਨਾਂ 5 ਪੌੜੀਆਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੇ ਜੀਵਨ ਦੀ ਵਿਚਾਰ, ਸਿਧਾਂਤ, ਇਸ ਨੂੰ ਬਿਆਨ ਕੀਤਾ ਗਿਆ ਹੈ। ਅੱਜ ਜਿਹੜੀ ਇਹ 6ਵੀਂ ਪੌੜੀ ਵਿਚਾਰਨ ਜਾ ਰਹੇ ਹਾਂ, ਇਹ ਪੌੜੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਕੇ ਜੀਵਨ ਬਾਰੇ ਆਖੀ ਗਈ ਹੈ। ਜਿਵੇਂ ਪਹਿਲੀਆਂ 5 ਪੌੜੀਆਂ ਵਿੱਚ 2 ਗੁਰੂ ਸਾਹਿਬਾਨ ਦੀ ਉਸਤਤ, ਵਡਿਆਈ, ਸਿਫਤ ਹੈ, ਇਵੇਂ ਇਸ ਤੋਂ ਬਾਅਦ ਬਾਕੀ ਰਹਿੰਦੀਆਂ 3 ਪੌੜੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੀ ਸਿਫਤ ਵਿੱਚ ਉਚਾਰਨ ਕੀਤੀਆਂ ਹਨ। ਤੋ ਅੱਜ ਦੀ ਜਿਹੜੀ ਪੌੜੀ ਵਿਚਾਰ ਅਧੀਨ ਹੈ, ਇਸ ਪੌੜੀ ਵਿੱਚ ਪਹਿਲੀ ਪੰਕਤੀ ਅਤੇ ਇਸ ਪੌੜੀ ਦੀ ਜੋ ਆਖਰੀ ਪੰਕਤੀ ਹੈ, ਇਹ ਇੱਕੋ ਹੀ ਅਰਥਾਂ ਵਿੱਚ ਰੱਖੀ ਗਈ ਹੈ। ਸ਼ੁਰੂਆਤ ਵਿੱਚ ਭਾਈ ਸੱਤਾ ਜੀ ਲਿਖਦੇ ਨੇ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੰਬੋਧਨ ਹੋ ਕਰਕੇ ਆਖਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ, ਤੁਹਾਡੇ ਮਸਤਕ 'ਤੇ ਵੀ ਉਹੀ ਟਿੱਕਾ ਹੈ। ਇੱਥੇ ਟਿੱਕਾ ਤੋਂ ਭਾਵ ਉਹੀ ਨੂਰ ਹੈ, ਉਹੀ ਬਖਸ਼ਿਸ਼ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕੋਲ ਸੀ। ਸੋ ਬਹਿਣਾ, ਤੁਹਾਡਾ ਬੈਠਣਾ, ਬੈਠਣ ਵਾਲਾ ਥਾਂ, ਤਖਤ ਵੀ ਉਹੀ ਹੈ। ਸੋਈ ਦੀਵਾਨ, ਦੀਵਾਨ ਦਾ ਅਰਥ ਹੈ ਕਿ ਤੁਹਾਡੀ ਜੋ ਸੰਗਤ ਹੈ, ਜਿੱਥੇ ਤੁਸੀਂ ਕਚਹਿਰੀ ਲਾ ਕੇ ਬੈਠਦੇ ਹੋ, ਉਹ ਵੀ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਸੀ। ਕਿਉਂਕਿ ਇਸ ਤੋਂ ਪਹਿਲਾਂ ਅਸੀਂ ਪੜ੍ਹ ਕੇ ਆਏ ਹਾਂ ਕਿ ਜਦੋਂ ਗੁਰੂ ਜੋਤ ਦੂਜੇ ਸਰੀਰ ਵਿੱਚ ਪਹੁੰਚਦੀ ਹੈ
ਤੇ ਜੋਤ ਓਹਾ ਜੁਗਤ ਸਾਏ, ਉਹੀ ਜੋਤ ਰਹਿੰਦੀ ਹੈ ਤੇ ਜੁਗਤੀ ਵੀ ਉਹੀ ਰਹਿੰਦੀ ਹੈ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਅੱਜ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਰੂਪੀ ਜਿਹੜੀ ਗੁਰੂ ਜੋਤ ਗੁਰੂ ਅੰਗਦ ਸਾਹਿਬ ਮਹਾਰਾਜ ਵਿੱਚ ਟਿਕਾਈ ਗਈ ਤੇ ਉਹ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਟਿਕੀ ਹੈ। ਇਸ ਕਰਕੇ ਉਹਨਾਂ ਦੀ ਵੀ ਰਹਿਣੀ, ਉਹਨਾਂ ਦਾ ਵੀ ਜੀਵਨ ਉਹੋ ਜਿਹਾ ਹੀ ਹੈ ਜਿਹੋ ਜਿਹਾ ਪਹਿਲੇ ਦੋ ਗੁਰੂ ਸਾਹਿਬ ਦਾ ਸੀ। ਫਿਰ ਇਸ ਨੂੰ ਅੱਗੇ ਇੱਕ ਪੰਕਤੀ ਲਿਖੀ ਹੈ, ਪਿਓ ਦਾਦੇ ਜੇ ਵੇਹਾ ਪੋਤਾ ਪਰਵਾਨ। ਇੱਥੇ ਇੱਕ ਸੰਸਾਰੀ ਰਿਸ਼ਤਾ ਉਹਦੇ ਨਾਮ ਨੂੰ ਲਿਖਿਆ ਗਿਆ ਹੈ। ਪਹਿਲਾਂ ਦਾਦਾ ਹੈ, ਫਿਰ ਪੁੱਤਰ ਹੈ ਤੇ ਉਸ ਤੋਂ ਬਾਅਦ ਪੋਤਰਾ ਹੈ। ਇੱਥੇ ਦਾਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਗਿਆ ਹੈ, ਪੁੱਤਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਆਖਿਆ ਗਿਆ ਹੈ ਤੇ ਪੋਤਾ ਹੁਣ ਇਸ ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਆਖਿਆ ਗਿਆ ਹੈ। ਇੱਕ ਗੱਲ ਦਾ ਖਿਆਲ ਕਰਨਾ ਹੈ ਕਿ ਸਰੀਰਕ ਰੂਪ ਤੇ ਜਿਹੜਾ ਲਹੂ ਦਾ ਰਿਸ਼ਤਾ ਹੈ ਉਹ ਰਿਸ਼ਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਪੁੱਤਰ ਗੁਰੂ ਅੰਗਦ ਸਾਹਿਬ ਜੀ ਨਹੀਂ ਹਨ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਪੁੱਤਰ ਗੁਰੂ ਅਮਰਦਾਸ ਮਹਾਰਾਜ ਨਹੀਂ ਹਨ। ਪਰ ਗੁਰੂ ਤੇ ਸਿੱਖ ਵਾਲਾ ਜਿਹੜਾ ਰਿਸ਼ਤਾ ਹੈ ਉਸ ਰਿਸ਼ਤੇ ਅਨੁਸਾਰ ਇੱਥੇ ਪਿਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਪ੍ਰਵਾਨ ਦਾ ਅਰਥ ਹੈ ਕਬੂਲ ਹੋ ਗਿਆ ਹੈ, ਮੰਨਿਆ ਗਿਆ ਹੈ ਕਿ ਜਿਹੋ ਜਿਹਾ ਦਾਦਾ ਤੇ ਉਹੋ ਜਿਹਾ ਹੀ ਪੁੱਤਰ ਗੁਰੂ ਅੰਗਦ ਸਾਹਿਬ ਤੇ ਉਹੋ ਜਿਹਾ ਹੀ ਪੋਤਰਾ ਗੁਰੂ ਅਮਰਦਾਸ ਮਹਾਰਾਜ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਸਿੱਧ ਜੋਗੀਆਂ ਨੇ ਇਹ ਸਵਾਲ ਕੀਤਾ ਸੀ ਕਿ ਕਵਣ ਗੁਰੂ ਜਿਸ ਕਾ ਤੂੰ ਚੇਲਾ, ਜਿਹਦਾ ਤੂੰ ਚੇਲਾ ਹੈ ਉਹ ਤੇਰਾ ਗੁਰੂ ਕੌਣ ਹੈ? ਤੇ ਗੁਰੂ ਸਾਹਿਬ ਜੀ ਦਾ ਜਵਾਬ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਸ਼ਬਦ ਗੁਰੂ ਹੈ ਤੇ ਮੇਰੀ ਸੁਰਤ ਜਿਹੜੀ ਹੈ ਉਸ ਦਾ ਚੇਲਾ ਹੈ। ਇਸ ਪੰਕਤੀ ਦਾ ਕਹਿਣ ਦਾ ਭਾਵ ਇਹ ਸੀ ਵੀ ਨਾ ਤੇ ਮੇਰਾ ਕੋਈ ਸਰੀਰ ਗੁਰੂ ਹੈ ਤੇ ਨਾ ਹੀ ਉਸ ਗੁਰੂ ਦਾ ਕੋਈ ਸਰੀਰ ਚੇਲਾ ਹੈ। ਚੇਲਾ ਸਿੱਖ ਸੁਰਤ ਹੈ ਤੇ ਗੁਰੂ ਜਿਹੜਾ ਹੈ ਉਹ ਸ਼ਬਦ ਰੂਪ ਹੈ। ਤੋ ਇਹਦਾ ਭਾਵ ਸਾਡਾ ਸਿੱਖਾਂ ਦਾ ਵੀ ਗੁਰੂ ਨਾਲ ਰਿਸ਼ਤਾ ਜਿਹੜਾ ਹੈ ਉਹ ਸਰੀਰ ਦਾ ਜਾਂ ਲਹੂ ਦਾ ਨਹੀਂ ਹੈ। ਸਾਡਾ ਵੀ ਜਿਹੜਾ ਰਿਸ਼ਤਾ ਗੁਰੂ ਨਾਲ ਉਹ ਉਸੇ ਢੰਗ ਦਾ ਹੈ ਜਿਵੇਂ ਸ਼ਬਦ ਗੁਰੂ ਤੇ ਸੁਰਤ ਦਾ ਹੈ। ਤੇ ਮੈਂ ਇਹ ਵੀ ਬੇਨਤੀ ਅਕਸਰ ਕੀਤੀ ਹੈ ਕਿ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਸਾਹਿਬ महाराज जी का जीवन विचार ना प्रवान हुंदा ते फिर ये जोत उन्हां विच नहीं सी टिक सकदी। ते जे गुरु नानक साहब महाराज जी की विचार गुरु अंगद साहब जी नूं प्रवान ना हुंदी ते उन्हां दी शरण विच ही ना आउंदे। इसे तरह जे गुरु अमरदास महाराज नूं गुरु अंगद साहब महाराज जी की विचार ना प्रवान हुंदी ते उन्हां भी शरण विच नहीं सी आउणा। तो कहण दा भाव की है कि जदों गुरु अमरदास महाराज नूं गुरु अंगद साहब महाराज की विचार भा गई, चंगी लगी, विचार नाल विचार एकमिक हो गए, उदों फिर जिहड़ा है शरण विच आके प्रवान चढ़ गए। तो असल विच साडा शरीर करके गुरु नाल रिश्ता नहीं, सगों साडा सुरत करके गुरु नाल रिश्ता है, कर्मां करके रिश्ता है, विचार करके रिश्ता है। जो गुरु दा विचार है जे वो मैनू प्रवान है तो मेरा गुरु नाल कोई रिश्ता है, ते जे गुरु दे विचार नाल, गुरु की सिक्ख्या नाल, गुरु के सिद्धांत नाल
ਮੇਰਾ ਮਨ ਨਹੀਂ ਪਿਆ ਮੰਨਦਾ ਤੇ ਫਿਰ ਮੇਰਾ ਕੋਈ ਰਿਸ਼ਤਾ ਨਹੀਂ ਹੈ। ਇਸ ਕਰਕੇ ਇੱਥੇ ਪ੍ਰਵਾਨਗੀ ਉਹਨਾਂ ਦੀ ਜਿਨ੍ਹਾਂ ਦੀ ਵਿਚਾਰ ਇੱਕ ਹੋ ਜਾਵੇ। ਗੁਰੂ ਅਮਰਦਾਸ ਮਹਾਰਾਜ ਜੀ ਕੇ ਜੀਵਨ ਦੀ ਇਹ ਅਸੀਂ ਬਾਤ ਪੜ੍ਹ ਰਹੇ ਹਾਂ ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਮਿਹਰਾਮਤ ਸਾਨੂੰ ਜੀਵਨ ਜੁਗਤੀ ਵੀ ਦਰਸਾਈ ਹੈ। ਉਹ ਆਖਦੇ ਨੇ ਕਿ ਜਿਵੇਂ ਸੰਸਾਰੀ ਤੌਰ 'ਤੇ ਕੋਈ ਪਤੀ ਤੇ ਪਤਨੀ ਦਾ ਰਿਸ਼ਤਾ ਹੈ ਤੋ ਆਖਦੇ ਨੇ ਵੀ ਧਨ ਪੇ ਇਹ ਨਾ ਆਖੀਆਂ ਹੈ ਬਹਿਨ ਇਕੱਠੇ ਹੋਏ, ਕਿ ਪਤੀ ਪਤਨੀ ਦਾ ਰਿਸ਼ਤਾ ਸਿਰਫ ਇਹ ਨਹੀਂ ਹੈ ਵੀ ਉਹ ਇੱਕ ਘਰ ਵਿੱਚ ਇਕੱਠੇ ਰਹਿੰਦੇ ਨੇ, ਇਕੱਠੇ ਬੈਠਦੇ ਖਾਂਦੇ ਪੀਂਦੇ ਨੇ, ਸਿਰਫ ਇੰਨਾ ਹੀ ਨਹੀਂ ਹੈ, ਸਗੋਂ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਉਹ ਸਰੀਰ ਕਰਕੇ ਭਾਵੇਂ ਦੋ ਦਿਖਾਈ ਦਿੰਦੇ ਹੋਣ ਪਰ ਉਹਨਾਂ ਵਿੱਚ ਜੋਤ ਇੱਕ ਹੋਵੇ। ਜੋਤ ਦਾ ਅਰਥ ਇੱਥੇ ਵਿਚਾਰਧਾਰਾ, ਉਹਨਾਂ ਦੀ ਵਿਚਾਰਧਾਰਾ ਇੱਕ ਹੋਣੀ ਚਾਹੀਦੀ ਹੈ। ਉਹਨਾਂ ਦੇ ਜੀਵਨ ਦਾ ਲਕਸ਼ ਇੱਕ ਹੋਣਾ ਚਾਹੀਦਾ ਹੈ। ਉਹਨਾਂ ਦੇ ਜੀਵਨ ਦਾ ਸਫ਼ਰ ਇੱਕ ਹੋਣਾ ਚਾਹੀਦਾ ਹੈ। ਉਹਨਾਂ ਦੇ ਜੀਵਨ ਦਾ ਹਰ ਇੱਕ ਕਦਮ ਜਿਹੜਾ ਹੈ ਉਹ ਇੱਕ ਪਾਸੇ ਨੂੰ ਹੋਣਾ ਚਾਹੀਦਾ ਹੈ। ਤੋ ਜਦੋਂ ਵਿਚਾਰ ਇੱਕ ਹੋਣਗੇ ਤੇ ਫਿਰ ਰਿਸ਼ਤਾ ਜਿਹੜਾ ਹੈ ਬਰਕਰਾਰ ਰਹੇਗਾ, ਰਿਸ਼ਤਾ ਦੂਰ ਤੱਕ ਨਿਭੇਗਾ। ਇਸੇ ਤਰ੍ਹਾਂ ਅਸੀਂ ਗੁਰੂ ਦੇ ਨਾਲ ਜਿਹੜਾ ਹੈ ਉਹ ਵਿਚਾਰ ਵਾਲਾ ਰਿਸ਼ਤਾ ਬਣਾਈਏ। ਇਹ ਵੀ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਵਿੱਤਰ ਬਾਣੀ ਨੂੰ ਜਦੋਂ ਧਿਆਨ ਦੇ ਕਰਕੇ ਪੜ੍ਹੋਗੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ੁਰੂਆਤ ਕੀਤੀ ਤੇ ਇਹ ਰੱਖਿਆ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੱਖਰ ਰੱਖਿਆ। ਤੇ ਫਿਰ ਜਦੋਂ ਤੁਸੀਂ ਸੰਪੂਰਨਤਾ 'ਤੇ ਵਧਦੇ ਹੋ ਤੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਉੱਥੇ ਵੀ ਵਿਚਾਰ ਦੀ ਗੱਲ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਮਿਹਰਾਮਦ ਕਰਕੇ ਬਾਣੀ ਵਿੱਚ ਇਹ ਵੀ ਬਚਨ ਬਖਸ਼ਿਆ ਹੈ ਕਿ ਜਿਹੋ ਜਿਹਾ ਦਰਸ਼ਨ ਅਸੀਂ ਗੁਰੂ ਦਾ ਕਰ ਰਹੇ ਹਾਂ ਇਹੋ ਜਿਹਾ ਦਰਸ਼ਨ ਤੇ ਸਾਰਾ ਸੰਸਾਰ ਕਰਦਾ ਵੀ ਆਏ ਮੱਥਾ ਟੇਕਿਆ ਪਰਿਕਰਮਾ ਕੀਤੀ ਤੇ ਚਲੇ ਗਏ। ਇਹੋ ਜਿਹਾ ਦਰਸ਼ਨ ਤੇ ਸੰਸਾਰ ਬਥੇਰਾ ਕਰਦਾ ਹੈ ਪਰ ਇਹ ਦਰਸ਼ਨ ਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ। ਉਹ ਆਖਦੇ ਨੇ ਡਿਠੈ ਮੁਕਤ ਨਾ ਹੋਵਈ ਜਿਚਨ ਸ਼ਬਦ ਨਾ ਕਰੇ ਵਿਚਾਰ। ਸਿਰਫ ਕੱਲਾ ਵੇਖਿਆ ਮੁਕਤੀ ਨਹੀਂ ਹੈ। ਮੁਕਤੀ ਉਸ ਗੱਲ 'ਤੇ ਹੈ ਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਉਹਨਾਂ ਚਿਰ ਵੇਖਿਆ ਮੁਕਤੀ ਨਹੀਂ ਹੈ। ਤੋ ਗੱਲ ਸਾਰੀ ਜਿਹੜੀ ਆ ਉਹ ਵਿਚਾਰ 'ਤੇ ਢੁਕਦੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਚਾਰ ਜਿਹੜਾ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਭਾ ਗਿਆ ਤੇ ਸ਼ਰਨ ਵਿੱਚ ਆ ਗਏ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਵਿਚਾਰ ਗੁਰੂ ਅਮਰਦਾਸ ਮਹਾਰਾਜ ਨੂੰ ਭਾਇਆ ਤੇ ਉਹ ਪ੍ਰਵਾਨ ਪੈ ਗਏ। ਤੇ ਹੁਣ ਫਿਰ ਇਹਨੂੰ ਭਾਈ ਸੱਤਾ ਜੀ ਨੇ ਲਿਖ ਦਿੱਤਾ ਹੈ ਪੀਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਜਿਹੋ ਜਿਹਾ ਪਿਓ ਉਹੋ ਜਿਹਾ ਦਾਦਾ ਰੂਪ ਤੇ ਉਹੋ ਜਿਹੀ ਹੁਣ ਪੋਤਰਾ ਗੁਰੂ ਅਮਰਦਾਸ ਮਹਾਰਾਜ ਪ੍ਰਵਾਨ ਹੋ ਗਏ ਨੇ। ਇੱਥੇ ਇੱਕ ਬੇਨਤੀ ਹੋਰ ਇਸ ਪੰਕਤੀ ਤੇ ਰੋਕ ਕੇ ਕਰਦਿਆਂ ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਨਾਲ ਸਾਡਾ ਰਿਸ਼ਤਾ ਜਿਹੜਾ ਉਹ ਵਿਚਾਰ ਦਾ ਹੈ। ਭਾਈ ਸੱਤਾ ਜੀ ਨੇ ਇਸ ਨੂੰ ਇਹ ਰਿਸ਼ਤਾ ਰੂਪ ਜਿਹੜਾ ਹੈ ਉਹ ਸੰਸਾਰੀ ਉਦਾਹਰਨ ਦੇ ਕਰਕੇ ਦਿੱਤਾ ਹੈ ਪਿਓ ਦਾਦੇ ਤੇ ਪੋਤਾ। ਤੇ ਇਹਨਾਂ ਤਿੰਨ ਅੱਖਰਾਂ ਦੇ ਵਿਚਕਾਰ ਜੇਵੇਹਾ, ਜੇਵੇ ਦਾ ਅਰਥ ਹੈ ਜਿਹੋ ਜਿਹਾ ਦਾਦਾ ਉਹੋ ਜਿਹਾ ਪੁੱਤਰ ਤੇ ਉਹੋ ਜਿਹਾ ਅੱਗੋਂ ਪੋਤਰਾ। ਪਰ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਧਿਆਨ ਕਰੀਏ ਤੇ ਦਾਦਾ ਜਿਹੜਾ ਹੈ ਉਹਨੇ ਤੇ ਅੰਮ੍ਰਿਤ ਕੀ ਪਹੁਲ ਲਈ ਹੈ ਤੇ ਪੁੱਤਰ ਅੱਗੋਂ ਜਿਹੜਾ ਉਹ ਦਾੜੀ ਕਟਾਉਂਦਾ ਹੈ। ਤੇ ਅੱਗੇ ਹੋਰ ਹਾਲਾਤ ਖਰਾਬ ਹੋ ਗਏ ਨੇ ਤੇ ਪੋਤਰਾ ਜਿਹੜਾ ਉਹਨੇ ਸਿਰ ਦੇ ਕੇਸ ਵੀ ਨਹੀਂ ਰੱਖੇ। ਹੁਣ ਜਿਹੋ ਜਿਹਾ ਦਾਦਾ ਸੀ ਉਹੋ ਜਿਹਾ ਪੁੱਤਰ ਵੀ ਨਹੀਂ ਰਿਹਾ ਤੇ ਨਾ ਹੀ ਅੱਗੋਂ ਪੋਤਰਾ ਬਣ ਸਕਿਆ। ਤੇ ਮੈਂ ਕਈ ਵਾਰੀ ਵੀ ਬੇਨਤੀ ਕੀਤੀ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਮਾਤਾਵਾਂ ਨੇ ਆ ਕਰਕੇ ਪੁੱਛਿਆ ਸੀ ਕਿ ਤੁਹਾਡੇ ਕੋਲ ਸਾਡੀ ਕੀਮਤੀ ਅਮਾਨਤ ਸਾਹਿਬਜ਼ਾਦੇ ਸਨ, ਉਹ ਸਾਡੇ ਪੁੱਤਰ ਕਿੱਥੇ ਨੇ?
ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਵਾਲੇ ਪਾਸੇ, ਸੰਗਤ ਵਾਲੇ ਪਾਸੇ ਇਸ਼ਾਰਾ ਕਰਕੇ ਆਖਿਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਗੁਰੂ ਸਾਹਿਬ ਨੇ ਆਖਿਆ ਵੀ ਇਹਨਾਂ ਪੁੱਤਰਾਂ ਦੇ ਸੀਸ ਦੇ ਉੱਤੋਂ ਮੈਂ ਆਪਣੇ ਵਾਲੇ ਵੀ 4 ਵਾਰ ਦਿੱਤੇ ਨੇ। ਤੇ ਜੇ ਦਾਦੇ ਵਰਗਾ ਪੁੱਤਰ ਅੱਗੋਂ ਨਹੀਂ ਬਣਿਆ ਤੇ ਅੱਗੋਂ ਪੋਤਰਾ ਵੀ ਨਹੀਂ ਬਣਿਆ, ਤੇ ਫਿਰ ਇਹ ਪੰਕਤੀ ਸਵਾਲ ਬਣ ਜਾਵੇਗੀ ਵੀ ਗੁਰੂ ਸਾਹਿਬ ਇਹ ਆਖਦੇ ਪਏ ਹੋਣਗੇ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਸੁਤ ਚਾਰ, ਵੀ ਇਹੋ ਜਿਹਾਂ ਤੇ ਵੀ ਜਿਹੜੇ ਸਾਬਤ ਸੂਰਤ ਵੀ ਨਹੀਂ ਰਹਿ ਸਕੇ। ਤਾਂ ਮੈਂ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਰੱਖਾਂ ਕਿ ਜੇ ਦਾਦੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਤੇ ਪੁੱਤਰ ਵੀ ਪ੍ਰਾਪਤੀ ਕਰੇ, ਤੇ ਪੁੱਤਰ ਉਸੇ ਤਰ੍ਹਾਂ ਅੱਗੋਂ ਆਪਣੇ ਪੁੱਤਰ ਭਾਵ ਉਸ ਦਾਦੇ ਦੇ ਪੋਤਰੇ ਨੂੰ ਵੀ ਜਿਹੜਾ ਹੈ ਉਹ ਬਾਣੀ ਦੇ ਲੜ ਲਾਵੇ। ਤੋ ਇੱਥੇ ਪਿਓ ਦਾਦੇ ਜੇਵਿਹਾ ਉਹ ਜੇ ਤਿੰਨੇ ਬਣ ਜਾਣ ਤੇ ਫਿਰ ਅੱਗੇ ਇੱਕ ਅੱਖਰ ਹੈ ਪ੍ਰਵਾਨ, ਤਾਂ ਰੱਬ ਦੇ ਘਰ ਵਿੱਚ ਵੀ ਪ੍ਰਵਾਨਗੀ ਹੋ ਸਕਦੀ ਹੈ। ਇੱਥੇ ਗੁਰੂ ਅਮਰਦਾਸ ਮਹਾਰਾਜ ਨੇ ਸਮੁੱਚੀ ਵਿਚਾਰ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਆਪਣੇ ਜੀਵਨ ਤੇ ਲਾਗੂ ਕੀਤਾ ਤੇ ਇਹੋ ਜਿਹੇ ਪ੍ਰਵਾਨ ਹੋ ਗਏ ਕਿ ਉਹਨਾਂ ਨੂੰ ਜਿਹੜਾ ਹੈ ਉਹ ਗੁਰੂ ਜੋਤ ਦੀ ਦਾਤ ਵੀ ਮਿਲ ਗਈ ਹੈ। ਜਿਨ ਬਾਸ਼ਕ ਨੇਤਰੈ ਘੱਤਿਆ ਕਰ ਨੇਹੀ ਤਾਣ। ਫਿਰ ਗੁਰੂ ਸਾਹਿਬ ਜੀ ਵਾਸਤੇ, ਗੁਰੂ ਅਮਰਦਾਸ ਮਹਾਰਾਜ ਵਾਸਤੇ ਭਾਈ ਸੱਤਾ ਜੀ ਨੇ ਉਦਾਹਰਨ ਦਿੱਤੀ ਹੈ, ਜਿਹੜੀ ਉਦਾਹਰਨ ਅਸੀਂ ਪਹਿਲਾਂ ਵੀ ਪੌੜੀਆਂ ਵਿੱਚ ਪੜ੍ਹ ਕੇ ਆਏ ਹਾਂ ਕਿ ਦੇਵਤਿਆਂ ਤੇ ਰਾਖਸ਼ਾਂ ਨੇ ਜਿਹੜਾ ਹੈ ਉਹ ਸਮੁੰਦਰ ਨੂੰ ਮੱਥਿਆ, ਰਿੜਕਿਆ, ਵਿੱਚੋਂ 14 ਰਤਨ ਕੱਢੇ। ਇਹੋ ਜਿਹੀ ਇੱਕ ਉਦਾਹਰਨ ਪੜ੍ਹ ਕੇ ਆਏ ਹਾਂ। ਤੇ ਇੱਥੇ ਵੀ ਭਾਈ ਸੱਤਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਨੂੰ ਵੀ ਉਹ ਉਦਾਹਰਨ ਦੇ ਕੇ ਦੱਸਿਆ। ਆਖਦੇ ਨੇ ਜਿਨ ਬਾਸ਼ਕ ਨੇਤਰੈ ਘੱਤਿਆ, ਇਹ ਬਾਸ਼ਕ ਨਾਗ ਰੂਪੀ ਮਨ ਨੂੰ ਜਿਹੜਾ ਹੈ ਨੇਤਰੇ ਦੀ ਥਾਂ ਪਾ ਕਰਕੇ ਕਰ ਨੇਹੀ ਤਾਣ ਨੂੰ ਬੜੇ ਬਲ ਦੇ ਨਾਲ ਜਿਹੜਾ ਹੈ ਕਾਬੂ ਵਿੱਚ ਰੱਖਿਆ ਹੈ। ਤੇ ਫਿਰ ਜਿਨ ਸਮੁੰਦ ਵਿਰੋਲਿਆ ਕਰ ਮੇਦ ਮਧਾਨ, ਤੇ ਜਿਨ੍ਹਾਂ ਨੇ ਜਿਹੜਾ ਹੈ ਇਹ ਸਮੁੰਦਰ ਨੂੰ ਰਿੜਕਿਆ ਹੈ ਗੁਰੂ ਸ਼ਬਦ ਰੂਪ, ਤੇ ਕਰ ਮੇਰ ਮਧਾਨ, ਤੇ ਉੱਚੀ ਸੁਰਤ ਨੂੰ ਜਿਹੜਾ ਹੈ ਮਧਾਣਾ ਮੇਰ ਸੁਮੇਰ ਪਰਬਤ ਬਣਾ ਕਰਕੇ, ਤੇ ਫਿਰ ਉਹਦੇ ਵਿੱਚ 14 ਰਤਨ ਨਿਕਾਲਿਆਨ ਕੀ ਤੋਣ ਚਾਨਾਨ। ਤੇ ਜਿਵੇਂ ਉਹਨਾਂ ਨੇ 14 ਰਤਨ ਕੱਢੇ ਸਨ, ਇਵੇਂ ਗੁਰੂ ਕੇ ਸ਼ਬਦ ਵਿੱਚ ਜੁੜ ਕਰਕੇ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਤੁਸੀਂ ਵੀ ਉਹ ਸ਼ੁਭ ਗੁਣ ਸਤ ਸੰਤੋਖ ਦਇਆ ਧੀਰਜ ਸੇਵਾ ਸਿਮਰਨ ਆਦਿਕ ਦੇ ਉਹ 14 ਰਤਨ ਰੂਪੀ ਗੁਣ ਕੱਢ ਲਏ, ਪ੍ਰਾਪਤ ਕਰ ਲਏ, ਤੇ ਕੀਤੋਣ ਚਾਨਣ ਇਹਨਾਂ ਗੁਣਾਂ ਨੂੰ ਸੰਸਾਰ ਵਿੱਚ ਵੀ ਜਿਹੜਾ ਹੈ ਉਹ ਚਾਨਣ ਰੂਪ ਵਾਂਗ ਵੰਡ ਦਿੱਤਾ ਹੈ। ਫਿਰ ਅੱਗੇ ਹੈ ਜੀ ਘੋੜਾ ਕੀਤੋ ਸਹਿਜ ਦਾ ਜਤ ਕੀਓ ਭਲਾਨ। ਗੁਰੂ ਅਮਰਦਾਸ ਮਹਾਰਾਜ ਤੁਸੀਂ ਆਪਣੇ ਜੀਵਨ ਵਿੱਚ ਘੋੜਾ ਕੀਤੋ ਸਹਿਜ ਦਾ, ਘੋੜਾ ਭਾਵ ਜੋ ਸਵਾਰੀ ਕਰਨ ਵਾਸਤੇ ਉਸ ਵੇਲੇ ਵਰਤਿਆ ਜਾਂਦਾ ਹੈ। ਇੱਥੇ ਲਿਖਿਆ ਹੈ ਘੋੜਾ ਕੀਤੋ ਸਹਿਜ ਦਾ, ਸਹਿਜ ਅਵਸਥਾ ਨੂੰ ਜਿਹੜਾ ਹੈ ਉਹ ਤੁਸੀਂ ਘੋੜਾ ਬਣਾਇਆ, ਭਾਵ ਸਹਿਜ ਅਵਸਥਾ ਦੇ ਉੱਤੇ ਸਵਾਰੀ ਕਰ ਲਈ। ਜਤ ਕੀਓ ਪਲਾਨ, ਤੇ ਉੱਚਾ ਸੁੱਚਾ ਆਚਰਣ ਜਿਹੜਾ ਹੈ ਉਸ ਦੀ ਕਾਠੀ ਬਣਾ ਲਈ। ਪਲਾਨ ਦਾ ਅਰਥ ਹੈ ਕਾਠੀ, ਉਹਦੀ ਕਾਠੀ ਬਣਾ ਲਈ ਜੋ ਘੋੜੇ ਦੇ ਉੱਤੇ ਪਾਈ ਜਾਂਦੀ ਹੈ। ਤੇ ਫਿਰ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ। ਫਿਰ ਆਖਿਆ ਕਿ ਜਿਵੇਂ ਆਪਣੇ ਕੋਲ ਕੋਈ ਸੂਰਮਾ ਘੋੜਾ ਰੱਖਦਾ ਹੈ, ਕਾਠੀ ਤੇ ਪਲਾਕੀ ਮਾਰ ਕੇ ਬੈਠ ਜਾਂਦਾ ਹੈ, ਉਵੇਂ ਫਿਰ ਆਪਣੇ ਕੋਲ ਸ਼ਸਤਰ ਰੱਖਦਾ ਤੇ ਉਹਦੇ ਵਿੱਚ ਹੈ ਗੁਰੂ ਅਮਰਦਾਸ ਮਹਾਰਾਜ ਤੁਸੀਂ ਤਨਖ ਚੜਾਇਓ ਸਤ ਦਾ। ਤੋ ਆਪਣੇ ਜੀਵਨ ਵਿੱਚ ਸਤ ਰੂਪੀ ਸੁੱਚੇ ਆਚਰਣ ਦਾ ਜਿਹੜਾ ਹੈ ਤਨਖ ਜਿਹੜਾ ਹੈ ਉਹ ਚੜਾਇਆ ਹੈ। ਤੇ ਜਸ ਹੰਦਾ ਬਾਣ, ਤੇ ਰੱਬ ਦੀ ਸਿਵ ਸਲਾਹ ਦਾ ਬਾਣ ਚਿੱਲਾ ਤੀਰ ਉਹਦੇ ਤੇ ਚੜਾਇਆ ਹੈ। ਤੇ ਗੁਰੂ ਕੀ ਸਿਵ ਸਲਾਹ ਦਾ ਤੀਰ ਐਸਾ ਹੈ ਵੀ ਜਿਸ ਵੀ ਹਿਰਦੇ ਨੂੰ ਇਹ ਜਾ ਕਰਕੇ ਵਿੰਨ੍ਹਦਾ ਹੈ ਤੇ ਉਹ ਫਿਰ ਨਿਮਰਤਾ ਵਿੱਚ ਆ ਜਾਂਦਾ ਹੈ, ਸਹਿਜ ਅਵਸਥਾ ਵਿੱਚ ਆ ਜਾਂਦਾ ਹੈ, ਆਤਮਿਕ ਟਿਕਾਓ ਵਿੱਚ ਆ ਜਾਂਦਾ ਹੈ। ਤੇ ਫਿਰ ਹੈ ਕਲ ਵਿੱਚ
ਧੂ ਅੰਧਾਰ ਸਾ ਚੜਿਆ ਰਹਿ ਭਾਣ। ਇਸ ਕਲ ਵਿੱਚ, ਇਸ ਕਲਯੁਗ ਵਿੱਚ ਭਾਵ ਮਨੁੱਖਾ ਜੀਵਨ ਦੇ ਸਮੇਂ ਵਿੱਚ ਮਾਇਆ ਮੋਹ ਦਾ ਬਥੇਰਾ ਹਨੇਰਾ ਸੀ, ਧੂਆਂ ਸੀ, ਚੜਿਆ ਰਹਿ ਭਾਣ। ਹੇ ਗੁਰੂ ਅਮਰਦਾਸ ਮਹਾਰਾਜ, ਤੁਸੀਂ ਸੂਰਜ ਵਾਂਗ ਚੜ ਪਏ। ਇਹ ਕਿਸ ਤਰ੍ਹਾਂ ਦਾ ਹਨੇਰਾ? ਇਹ ਹਨੇਰਾ ਇਸ ਤਰ੍ਹਾਂ ਦਾ ਕਿ ਜਿਸ ਵਿੱਚ ਵਹਿਮਾਂ ਭਰਮਾਂ ਪਖੰਡਾਂ ਵਿੱਚ ਗਵਾਚੀ ਹੋਈ ਲੁਕਾਈ ਸੀ, ਜਿਹਨੂੰ ਸ਼ੁਰੂਆਤ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਹਿਮਾਂ ਭਰਮਾਂ ਪਖੰਡਾਂ ਵਿੱਚੋਂ ਕੱਢਿਆ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਇਹੀ ਜ਼ਿੰਮੇਵਾਰੀ ਮਿਲੀ ਅਤੇ ਹੁਣ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਵੀ ਉਸੇ ਤਰ੍ਹਾਂ ਉਹ ਸੂਰਜ ਰੂਪ ਚੜ੍ਹ ਪਏ ਨੇ, ਜਿਹਦੇ ਨਾਲ ਹਨੇਰਾ ਜਿਹੜਾ ਵਿਸ਼ਿਆਂ ਵਿਕਾਰਾਂ ਦਾ, ਵਹਿਮਾਂ ਭਰਮਾਂ ਪਖੰਡਾਂ ਦਾ ਦੂਰ ਹੋ ਜਾਂਦਾ ਹੈ। ਅਤੇ ਫਿਰ ਆਖਦੇ ਨੇ ਸਤਹੋਂ ਖੇਤ ਜਮਾਇਓ ਸਤਹੋਂ ਛਾਵਾਨ। ਤੋ ਆਖਦੇ ਨੇ ਉੱਚੇ ਸੁੱਚੇ ਆਚਰਣ ਦੇ ਨਾਲ ਤੁਸੀਂ ਜਿਹੜਾ ਹੈ ਉਹ ਖੇਤ ਜਮਾਇਓ, ਖੇਤੀ ਜਮਾ ਲਈ ਹੈ, ਆਪਣੇ ਜੀਵਨ ਦਾ ਖੇਤ ਸੁੱਚੇ ਆਚਰਣ ਦੇ ਨਾਲ ਚੰਗਾ ਬਣਾ ਲਿਆ ਹੈ। ਅਤੇ ਇੱਕ ਗੱਲ ਦਾ ਧਿਆਨ ਕਰਨਾ ਹੈ ਵੀ ਜਿਵੇਂ ਕਿਸੇ ਕਿਸਾਨ ਨੇ ਕੋਈ ਫਸਲ ਬੀਜੀ ਹੈ ਅਤੇ ਫਸਲ ਬੀਜ ਕਰਕੇ ਉਹ ਅਵੇਸਲਾ ਹੋ ਕਰਕੇ ਨਹੀਂ ਜੇ ਬਹਿੰਦਾ ਕਿ ਇੱਕ ਵਾਰੀ ਜਿਹੜਾ ਹੈ ਉਹ ਬੀਜ ਦਿੱਤਾ ਅਤੇ ਉਸ ਤੋਂ ਬਾਅਦ ਜਿਹੜਾ ਜਦੋਂ ਪੱਕੇਗਾ ਅਤੇ ਉਦੋਂ ਹੀ ਖੇਤ ਜਾਵੇਗਾ, ਐਸਾ ਨਹੀਂ ਹੁੰਦਾ। ਉਹਨੂੰ ਪੂਰਾ ਉਸ ਬੀਜੇ ਹੋਏ ਬੀਜ ਦਾ ਧਿਆਨ ਰੱਖਣਾ ਪੈਂਦਾ, ਫਸਲ ਦਾ ਧਿਆਨ ਰੱਖਣਾ ਪੈਂਦਾ ਪੱਕਣ ਤੱਕ। ਉਹਦੀ ਸਿੰਚਾਈ ਵੀ ਕਰਨੀ ਹੈ, ਫਿਰ ਉਹਨੂੰ ਹੋਰ ਜੋ ਕੋਈ ਲੋੜੀਂਦੀ ਖਾਦ ਬੂਟੀ ਵੀ ਪਾਣੀ ਹੈ। ਅਤੇ ਸਭ ਤੋਂ ਜ਼ਰੂਰੀ ਉਸ ਵੇਲੇ ਉਹਦਾ ਇਹ ਵੀ ਜਿਹੜੇ ਅਵਾਰਾ ਪਸ਼ੂ ਆਦਿਕ ਜਾਂ ਜਾਨਵਰ ਨੇ ਵੀ ਉਹਦੀ ਖੇਤੀ ਕਿਤੇ ਖਰਾਬ ਨਾ ਕਰ ਦੇਣ। ਉਹਦੇ ਵਾਸਤੇ ਫਿਰ ਉਹਨੂੰ ਕੋਈ ਵਾੜ ਵੀ ਲਾਉਣੀ ਪੈਂਦੀ ਹੈ, ਉਹਦੇ ਵਾਸਤੇ ਉਹਨੂੰ ਖੇਤ ਦੀ ਰਾਖੀ ਵੀ ਕਰਨੀ ਪੈਂਦੀ ਹੈ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਵਾਸਤੇ ਭਾਈ ਸੱਤਾ ਜੀ ਆਖਦੇ ਨੇ ਕਿ ਹੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ, ਸਤਹੋਂ ਖੇਤ ਜਮਾਇਓ। ਜਦੋਂ ਉੱਚੇ ਸੁੱਚੇ ਆਚਰਣ ਦਾ ਤੁਸੀਂ ਖੇਤ ਜਮਾ ਲਿਆ, ਖੇਤੀ ਬਣਾਈ, ਫਿਰ ਸਤਹੋਂ ਛਾਵਾਨ ਅਤੇ ਉਸੇ ਉੱਚੇ ਸੁੱਚੇ ਆਚਰਣ ਨਾਲ ਉਹਦੀ ਰਾਖੀ ਵੀ ਕੀਤੀ ਹੈ, ਉਹਨੂੰ ਰੱਖਿਆ ਵੀ ਹੈ, ਉਹਦੀ ਰਾਖੀ ਕੀਤੀ। ਇਹ ਧਿਆਨ ਰੱਖਿਆ ਹੈ ਵੀ ਇਸ ਅੰਤਰ ਆਤਮਿਕ ਜੋਤ ਨੂੰ ਜਿਹੜਾ ਹੈ ਉਹ ਕੋਈ ਗਵਾ ਨਾ ਦੇਵੇ। ਫਿਰ ਨਾਲ ਹੀ ਆਖਦੇ ਨੇ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਗੁਰੂ ਅੰਗਦ ਸਾਹਿਬ ਮਹਾਰਾਜ ਤਿੰਨਾਂ ਦੇ ਜੀਵਨ ਦੀ ਜਦੋਂ ਗੱਲ ਭਾਈ ਸੱਤਾ ਜੀ ਨੇ ਉਹ ਪਿਛਲੀਆਂ ਪੌੜੀਆਂ ਵਿੱਚ ਰੱਖੀ ਹੈ ਅਤੇ ਉੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕੇ ਮਹਿਲ ਮਾਤਾ ਖੀਵੀ ਜੀ ਵੱਲੋਂ ਚਲਾਏ ਜਾ ਰਹੇ ਲੰਗਰ ਦੀ ਗੱਲ ਕੀਤੀ ਹੈ। ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਅਤੇ ਇੱਥੇ ਜਿਹੜਾ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀ ਕੇ ਲੰਗਰ ਦੀ ਵੀ ਗੱਲ ਕੀਤੀ ਹੈ। ਨਿਤ ਰਸੋਈ ਤੇਰੀਏ ਘਿਓ ਮੈਦਾ ਖਾਣ, ਉੱਤਮ ਪਦਾਰਥ ਘਿਓ ਵਰਗੇ ਇਹ ਹੇ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਲੰਗਰਾਂ ਵਿੱਚ ਵਰਤਦੇ ਨੇ। ਇਹਦੇ ਬਾਬਤ ਇੱਕ ਬੇਨਤੀ ਜਿਹੜੀ ਹੈ ਉਹ ਮੈਂ ਸਾਂਝੀ ਕਰਾਂ, ਜੋ ਇਤਿਹਾਸਿਕ ਹਵਾਲਿਆਂ ਤੋਂ ਮਿਲਦੀ ਹੈ। ਤਾਂ ਕਹਿੰਦੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਨੇ ਉਹ ਜਦੋਂ ਉਹਨਾਂ ਦੇ ਵੇਲੇ ਇਹ ਲੰਗਰ ਚੱਲਦਾ ਹੈ, ਪੰਗਤ ਚੱਲਦੀ ਹੈ, ਅਤੇ ਉਸ ਪੰਗਤ ਦੀ ਜਿਹੜੀ ਹੈ ਇੰਨੀ ਵਡਿਆਈ ਵਧੀ ਹੈ ਕਿ ਉਸ ਪੰਗਤ ਵਿੱਚ ਸਮੇਂ ਦਾ ਜਿਹੜਾ ਅਕਬਰ ਬਾਦਸ਼ਾਹ ਉਹ ਵੀ ਲੰਗਰ ਛਕਣ ਵਾਸਤੇ ਆਇਆ। ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਉਹ ਬਾਦਸ਼ਾਹ ਜਿਨ੍ਹਾਂ ਦੀਆਂ ਰਸੋਈਆਂ ਵਿੱਚ ਜਿਹੜਾ ਹੈ ਉਹ ਬੜੇ ਚੰਗੇ ਪਕਵਾਨ ਬਣਦੇ ਸਨ, 36 ਪ੍ਰਕਾਰ ਦੇ ਭੋਜਨ ਬਣਦੇ ਸਨ। ਅਤੇ ਉਹ ਵੀ ਅਕਬਰ ਬਾਦਸ਼ਾਹ ਜਿਹੜਾ ਹੈ ਉਹ ਗੁਰੂ ਅਮਰਦਾਸ ਮਹਾਰਾਜ ਕੀ ਰਸੋਈ ਵਿੱਚ ਆਇਆ, ਭਾਵ ਲੰਗਰ ਵਿੱਚ ਲੰਗਰ ਛਕਣ ਵਾਸਤੇ ਆਇਆ ਹੈ। ਅਤੇ ਫਿਰ ਇਸ ਲੰਗਰ ਵਾਸਤੇ ਉਹਨੇ ਜਿਹੜਾ ਹੈ ਜਾਗੀਰ ਵੀ ਦੇਣ ਦੀ ਗੱਲ ਕੀਤੀ, ਪਰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਵੀ ਇਹ ਲੰਗਰ ਤਾਂ ਸੰਗਤ ਦਾ ਹੈ, ਅਤੇ ਜੇ ਅਸੀਂ ਤੇਰੇ ਤੋਂ ਦਿੱਤੀ ਜਾਗੀਰ ਲੈ ਲਈਏ ਤੇ ਫਿਰ ਲੰਗਰ ਤੇਰੀ ਮਲਕੀਅਤ ਹੋ ਜਾਵੇਗੀ। ਪਰ ਇਹ ਜਿਹੜਾ ਹੈ ਸੰਗਤ ਦਾ ਲੰਗਰ ਹੈ,
ਤੇ ਇਹ ਸੰਗਤ ਦਾ ਜਿੰਨਾ ਚਿਰ ਰਹੇਗਾ ਉਹਨਾਂ ਚਿਰ ਇਹਦੀ ਸਦਾ ਹੀ ਬਰਕਤ ਰਹੇਗੀ। ਤੇ ਜਦੋਂ ਕੋਈ ਆਖੇਗਾ ਵੀ ਇਹ ਮੇਰਾ ਲੰਗਰ ਹੈ, ਉਦੋਂ ਫਿਰ ਘਾਟਾ ਦਿਸੇਗਾ। ਜਦੋਂ ਇਹ ਸੰਗਤ ਦਾ ਹੋਵੇਗਾ ਉਦੋਂ ਇਹਦੇ ਵਿੱਚ ਕੋਈ ਘਾਟਾ ਨਹੀਂ, ਸਗੋਂ ਇਹ ਵਾਧੇ ਵਿੱਚ ਹੈ। ਤੇ ਫਿਰ ਇਹ ਵੀ ਮੈਂ ਬੇਨਤੀ ਕਰਦਿਆਂ, ਗੁਰੂ ਅਮਰਦਾਸ ਮਹਾਰਾਜ ਕੇ ਲੰਗਰਾਂ ਅੰਦਰ ਕਹਿੰਦੇ ਨੇ ਇੱਕ ਗੱਲ ਹੋਰ ਬੜੀ ਵਿਸ਼ੇਸ਼ ਹੈ। ਉਹ ਇਸ ਤਰ੍ਹਾਂ ਦੀ ਹੈ ਵੀ ਜਦੋਂ ਰਾਤ ਦੇ ਹਨੇਰੇ ਤੱਕ ਸੰਗਤ ਫਿਰ ਕੋਈ ਜਦੋਂ ਨਹੀਂ ਸੀ ਆਉਂਦੀ ਤੇ ਜਿੰਨਾ ਕੁ ਵੀ ਲੰਗਰ ਆਦਿਕ ਬਚਦਾ ਹੈ ਤੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਨਗਰ ਵਿੱਚ ਜਿਹੜੇ ਕੋਈ ਅਵਾਰਾ ਜਾਨਵਰ ਆਦਿਕ ਨੇ ਤੇ ਉਹਨਾਂ ਨੂੰ ਪਾਉਣ ਵਾਸਤੇ ਲੈ ਜਾਂਦੇ ਨੇ ਵੀ ਬਣਿਆ ਹੋਇਆ ਲੰਗਰ ਜਿਹੜਾ ਅਜਾਈ ਐਵੇਂ ਨਾਲੀਆਂ ਵਿੱਚ ਨਾ ਸੁੱਟਿਆ ਜਾ। ਅੱਜ ਵੀ ਬਹੁਤੀ ਥਾਈਂ ਜਿਹੜਾ ਹੈ ਇਸ ਗੱਲ ਦਾ ਖਿਆਲ ਕੀਤਾ ਜਾਂਦਾ ਵੀ ਗੁਰੂ ਕਾ ਲੰਗਰ ਜਿਹੜਾ ਹੈ ਉਹ ਅਜਾਈ ਨਹੀਂ ਜਾਣਾ ਚਾਹੀਦਾ, ਕਿਸੇ ਭੁੱਖੇ ਦੇ ਮੂੰਹ 'ਚ ਪੈਣਾ ਚਾਹੀਦਾ। ਤੇ ਫਿਰ ਇਹ ਭਾਈ ਸੱਤਾ ਜੀ ਨੇ ਜਿਹੜਾ ਜ਼ਿਕਰ ਕੀਤਾ ਵੀ ਉੱਤਮ ਪਦਾਰਥ ਜਿਹੜੇ ਨੇ ਇਹ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਰਸੋਈ ਵਿੱਚ ਬਣਦੇ ਨੇ। ਫਿਰ ਅੱਗੇ ਹੈ ਜੀ, ਚਾਰੇ ਕੁੰਡਾਂ ਸੁਜੀਓਸ ਮਨ ਮੈਂ ਸ਼ਬਦ ਪ੍ਰਵਾਨ। ਜਿਸ ਨੇ ਵੀ ਮਨ ਮੈਂ ਸ਼ਬਦ ਪ੍ਰਵਾਨ, ਹੈ ਗੁਰੂ ਅਮਰਦਾਸ ਤੁਹਾਡੇ ਵਾਂਗ ਗੁਰੂ ਸ਼ਬਦ ਨੂੰ ਮਨ ਵਿੱਚ ਪੱਕਾ ਕਰ ਲਿਆ ਤੇ ਉਹਨੂੰ ਚਾਰੇ ਕੁੰਡਾਂ ਸੁਜੀਓਸ, ਸੁਜੀਓਸ ਦਾ ਅਰਥ ਹੈ ਉਸ ਨੂੰ ਸੁੱਝ ਗਈਆਂ, ਉਹਨੂੰ ਚਾਰੇ ਕੁੰਡਾਂ ਚਾਰੇ ਦਿਸ਼ਾਵਾਂ ਦਾ ਗਿਆਨ। ਕਹਿਣ ਤੋਂ ਭਾਵ ਸਾਰੀਆਂ ਦਿਸ਼ਾਵਾਂ ਵਿੱਚ ਸਾਰ ਥਾਵਾਂ ਦੇ ਉੱਤੇ ਉਹ ਰੱਬ ਨੂੰ ਮਹਿਸੂਸ ਕਰਦਾ ਹੈ, ਜਾਣਦਾ ਹੈ, ਵੇਖਦਾ ਹੈ। ਇਹ ਉਦੋਂ ਬਣਿਆ ਕਿ ਮਨ ਮੈਂ ਸ਼ਬਦ ਪ੍ਰਵਾਨ, ਜਦੋਂ ਗੁਰੂ ਕਾ ਸ਼ਬਦ ਮਨ ਵਿੱਚ ਪ੍ਰਵਾਨ ਹੋ ਗਿਆ ਹੈ। ਅੱਜ ਗੁਰੂ ਕਾ ਸ਼ਬਦ ਵਧੇਰੇ ਤੌਰ 'ਤੇ ਸਿਰਫ ਸਾਡੀ ਜ਼ੁਬਾਨ 'ਤੇ ਪ੍ਰਵਾਨ ਕਰਦੀ ਹੈ, ਕੰਨ ਵੀ ਪ੍ਰਵਾਨ ਕਰ ਰਹੇ, ਪਰ ਮਨ ਜਿਹੜਾ ਇਸ ਨੂੰ ਪੂਰਨ ਤੌਰ 'ਤੇ ਪ੍ਰਵਾਨਗੀ ਨਹੀਂ ਦੇ ਰਿਹਾ। ਪਰ ਜਦੋਂ ਮਨ ਪ੍ਰਵਾਨਗੀ ਦੇਵੇਗਾ, ਖੇਡ ਅਸਲ ਵਿੱਚ ਉਸ ਦਿਨ ਤੋਂ ਬਣਨੀ ਹੈ। ਤੋਂ ਅੱਗੇ ਹੈ ਜੀ, ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ। ਫਿਰ ਇਹ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਉੱਤੇ ਤੁਸੀਂ ਆਪਣੀ ਮਿਹਰ ਦੀ ਨਜ਼ਰ ਕਰ ਦਿੱਤੀ, ਮਿਹਰ ਦੀ ਨਿਗਾਹ ਕਰ ਦਿੱਤੀ, ਆਵਾ ਗੌਣ ਨਿਵਾਰਿਓ, ਤੇ ਉਹਦਾ ਆਵਾ ਗੌਣ ਦੂਰ ਕਰ ਦਿੱਤਾ, ਉਹਦਾ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਖਤਮ ਕਰ ਦਿੱਤਾ। ਤੇ ਫਿਰ ਆਖਦੇ ਨੇ, ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੀ ਸਿਫਤ ਵਿੱਚ ਭਾਈ ਸੱਤਾ ਜੀ ਨੇ ਲਿਖਿਆ, ਹੇ ਗੁਰੂ ਅਮਰਦਾਸ ਮਹਾਰਾਜ, ਮੈਂ ਤੁਹਾਡੇ ਵਿੱਚ ਹੀ ਅਕਾਲ ਪੁਰਖ ਨੂੰ ਤੱਕਦਾ ਹਾਂ। ਸੋ ਪੁਰਖ ਸੁਜਾਨ, ਉਹ ਸੁਜਾਨ ਪੁਰਖ ਅਵਤਰਿਆ ਅਵਤਾਰ ਲੈ, ਮਾਨੋ ਹੇ ਗੁਰੂ ਅਮਰਦਾਸ ਤੁਹਾਡੇ ਰੂਪ ਵਿੱਚ ਸੰਸਾਰ 'ਤੇ ਉਸਨੇ ਜਨਮ ਲੈ ਲਿਆ ਹੈ। ਕਹਿਣ ਤੋਂ ਭਾਵ ਗੁਰੂ ਕੀ ਵਡਿਆਈ ਇੱਥੋਂ ਤੱਕ ਆਖਦੇ ਨੇ ਕਿ ਮਾਨੋ ਅਕਾਲ ਪੁਰਖ ਹੀ ਜਿਹੜਾ ਹੈ ਪ੍ਰਤੱਖ ਜ਼ਾਹਰਾ ਹੋਇਆ ਹੈ ਗੁਰੂ ਦੇ ਰੂਪ ਵਿੱਚ। ਤੇ ਸੱਚ ਇਹ ਹੈ, ਗੁਰੂ ਤੇ ਪਰਮੇਸ਼ਰ ਇੱਕੋ ਰੂਪ ਹੀ ਹੈ। ਫਿਰ ਅੱਗੇ ਇੱਕ ਬੜੀ ਕੀਮਤੀ ਪੰਕਤੀ ਉਹਨਾਂ ਦੇ ਜੀਵਨ ਦੀ, ਗੁਰੂ ਅਮਰਦਾਸ ਮਹਾਰਾਜ ਜੀ ਕੇ ਜੀਵਨ ਦੀ ਜਿਹੜੀ ਹੈ ਉਹ ਭਾਈ ਸੱਤਾ ਜੀ ਲਿਖਦੇ ਨੇ, ਧਿਆਨ ਦੇਣ ਯੋਗ ਹੈ। ਆਖਦੇ ਨੇ, ਝੱਖੜ ਵਾਓ ਨਾ ਡੋਲਈ ਪਰਬਤ ਮੇਰਾ। ਜਿਹੜਾ ਸੁਮੇਰ ਪਰਬਤ ਹੈ, ਵੱਡਾ ਪਰਬਤ ਹੈ, ਪਹਾੜ ਹੈ, ਤੇ ਆਖਦੇ ਨੇ ਵੀ ਕਿੰਨਾ ਵੀ ਝੱਖੜ ਆ ਜਾਵੇ, ਕਿੰਨੀ ਵੀ ਤੇਜ਼ ਹਵਾ ਚੱਲੇ, ਹਨੇਰੀ ਚੱਲੇ, ਪਹਾੜ ਜਿਹੜੇ ਨੇ ਉਹ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਜਾਂਦੇ, ਪਹਾੜ ਉੱਥੇ ਦੀ ਉੱਥੇ ਰਹਿੰਦੇ ਹਨ। ਹੇ ਗੁਰੂ ਅਮਰਦਾਸ ਮਹਾਰਾਜ, ਤੁਹਾਡੇ ਜੀਵਨ ਵਿੱਚ ਵੀ ਇਹੋ ਜਿਹਾ ਝੱਖੜ, ਇਹੋ ਜਿਹਾ ਵਾਓ ਬਹੁਤਾ ਆਇਆ, ਪਰ ਤੁਸੀਂ ਨਾ ਡੋਲੇ, ਤੁਸੀਂ ਡੋਲੇ ਨਹੀਂ, ਸਗੋਂ ਆਪਣੇ ਆਪ ਨੂੰ ਪਰਬਤ ਮੇਰਾਨ ਬਣਾ ਦਿੱਤਾ, ਆਪਣੇ ਇਰਾਦੇ ਨੂੰ ਜਿਹੜਾ ਹੈ ਉਹ ਮਜ਼ਬੂਤ ਬਣਾ ਲਿਆ ਹੈ। ਇੱਕ ਬੇਨਤੀ ਇਸ ਪੰਕਤੀ ਤੋਂ ਆਪ ਜੀ ਦੇ ਚਰਨਾਂ ਵਿੱਚ ਰੱਖਾਂ। ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਵੱਡੀ ਸੇਵਾ ਗੁਰੂ ਅਮਰਦਾਸ ਮਹਾਰਾਜ ਨੇ ਕਮਾਈ ਹੈ, ਤੇ ਇਸ ਸੇਵਾ ਵਿੱਚ ਜਿਹੜਾ ਇੱਕ ਜ਼ਿਕਰ ਪ੍ਰਤੱਖ ਤੌਰ 'ਤੇ ਮਿਲਦਾ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਹੈ। ਤੇ ਮੈਂ ਕਈ ਵਾਰ ਬੇਨਤੀ ਕੀਤੀ ਵੀ ਅੰਮ੍ਰਿਤ ਵੇਲੇ ਦਾ ਸਮਾਂ ਜਿਹੜਾ ਅਸਲ ਵਿੱਚ ਪਿਛਲ ਰਾਤ ਦਾ ਉਹ 3 ਤੋਂ 6 ਵਜੇ ਤੱਕ ਦਾ ਹੈ।
ਜੇ ਅਸੀਂ ਮੰਨ ਲਈਏ ਕਿ ਗੁਰੂ ਅੰਗਦ ਸਾਹਿਬ ਮਹਾਰਾਜ 3 ਵਜੇ ਹੀ ਜਿਹੜਾ ਹੈ ਉੱਠ ਪੈਂਦੇ ਨੇ, ਅੰਮ੍ਰਿਤ ਵੇਲਾ ਸੰਭਾਲਦੇ ਨੇ, ਤੇ ਤੁਸੀਂ ਵੇਖੋ ਵੀ ਉਹਨਾਂ ਦੇ ਉੱਠਣ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਇਸ਼ਨਾਨ ਕਰਨ ਵਾਸਤੇ ਜਲ ਲੈ ਆਉਂਦੇ ਨੇ। ਤੇ ਜੇ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਉੱਠਣ ਤੋਂ ਪਹਿਲਾਂ ਜਲ ਲੈ ਕਰਕੇ ਆਉਂਦੇ ਨੇ ਤੇ ਉਸ ਵੇਲੇ ਦਾ ਜਿਹੜਾ ਇਹ ਸਫ਼ਰ ਵੇਖੋ ਲਗਭਗ 12 ਮੀਲ ਦਾ ਆਖਿਆ ਜਾਂਦਾ ਹੈ। ਤੋਂ 12 ਮੀਲ ਚੱਲ ਕਰਕੇ ਜਾਣਾ, 12 ਮੀਲ ਚੱਲ ਕਰਕੇ ਆਉਣਾ, ਉਹਦੇ ਵਿੱਚ ਵੀ ਤੇ ਸਮਾਂ ਲੱਗਦਾ ਹੈ। ਫਿਰ ਐਸਾ ਵੀ ਅਸੀਂ ਸੋਚ ਸਕਦੇ ਹਾਂ ਵੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ का ਇਸ਼ਨਾਨ ਕਰਾਉਣ ਵਾਸਤੇ ਜਦੋਂ ਜਲ ਲੈ ਕਰਕੇ ਆਉਣਾ ਹੈ ਤਾਂ ਪਹਿਲਾਂ ਆਪ ਵੀ ਤੇ ਇਸ਼ਨਾਨ ਕਰਦੇ ਹੋਣਗੇ। ਤਾਂ ਵੇਖੋ ਵੀ ਕਿਹੜੇ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਉੱਠ ਕਰਕੇ ਤੇ ਸੇਵਾ ਵਿੱਚ ਲੱਗ ਜਾਂਦੇ ਨੇ। ਮੈਂ ਇਹ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਰੱਖਣੀ ਚਾਹ ਰਿਹਾ ਹਾਂ ਜਿਹੜੇ ਅੰਮ੍ਰਿਤ ਵੇਲੇ ਉੱਠਣ ਦਾ ਆਲਸ ਕਰਦੇ ਨੇ ਵੀ ਨਹੀਂ ਜੀ ਉੱਠਿਆ ਨਹੀਂ ਜਾਂਦਾ। ਪਰ ਤੁਸੀਂ ਵੇਖੋ ਵੀ ਇਹ ਉਹ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਨੇ। ਤੇ ਅੱਜ ਬਾਣੀ ਦਾ ਹੀ ਆਪਣਾ ਵਿਚਾਰ ਵੀ ਹੈ ਕਿ 60 ਕੇ ਬੁਢੇਪਾ ਆਵੇ, 17 का मतहीन 80 का व्यवहार ना पावे। पर गुरु अमरदास महाराज पातशाह जी उस 60 के बुढ़ेपा आवे दी गल कहन लगे भी असल विच इह ते एक साधारण आम गल है। पर जदों गुरु की सेवा दा चाओ मन विच होवे ते फिर जिहड़ा ये बुढ़ापा रोक नहीं जे बन सकदा। ते गुरु अमरदास महाराज गुरु अंगद साहब महाराज जी के इशनान करन तो पहलां लिया करके जल जिहड़ा वो रख दिंदे हैं। ते मैं बेनती तां सांझी कीती है कि गुरु अमरदास महाराज ने अपने आप नूं परबत मेरान वर्गा मजबूत इरादे वाला बनाया है कि किन्ना भी झखड़ वाओ ना डोले परबत मेरान। ते मैं एक बेनती दे नाल होर कर दियां कि 12 साल लगातार ये सेवा होंदी रही है। ते इतिहासिक पन्ने लिखते हैं भी इन्हां 12 सालां दे विच एक भी ऐसा दिन नहीं कि गुरु अमरदास महाराज ने आख्या होवे भी मैं अज जिहड़ा भी इशनान नहीं करा सकदा, किसी होर नूं भेज दिओ। ऐसा कदी नहीं असीं पढ़िया। तो बिना नागे तो सतगुरु जी वो सेवा में जुड़ गए। यह है झखड़ वाओ ना डोले परबत मेरान। एक बेनती दे नाल होर ये भी असी गुरु अमरदास महाराज जी के जीवन विचों पढ़ते हैं कि जदों जिहड़ा है वो ठेडा खा करके डिग पे ते एक जुलाही ते जुलाहा जिन्हां नूं आवाज़ आई है गुरु अमरदास महाराज दे डिगण दी, ते कहंदे ने कि उन्हें आख्या भी ये अमरों निथावा होना है। ते गुरु अमरदास महाराज जी उस नूं आखण लगे ने कि हुण ते मैनूं निथावा ना कह, हुण ते मैं थां वाला बन गया हाँ, पहलां जरूर मैं निथावा सां। जदों मैनू ये सुनने वास्ते मिलिया कि तू गुरा है तो मेरा भी धर्म भ्रष्ट कर दिता है, हाँ उदों मैं जरूर निथावा सा, पर अज तो गुरु अंगद साहब महाराज की शरण में आ करके मैं थां वाला बन गया। तो अज मैनू ये बोल ना बोल। तो गुरु अमरदास महाराज पातशाह जी अपने इरादे नूं सेवा दे वो झखड़ वाओ ना डोली परबत मेरान वर्गे बना करके ते सेवा में जुड़ते रहे हैं। तो मैं वो भी बेनती नाल ही कह दियाँ कि गुरु अमरदास महाराज का हिरदा ते उन्हां दी अंदर दी समर्था सचमुच ऐसे परबत मेरान वर्गी है कि जिस परबत मेरान दे नाल जिहड़ा है वो बाबा दातू जी आकर के ठुड्डा मारते ने ते तां भी परबत मेरान गुरु अमरदास महाराज उवें टिके रहिंदे हैं। उन्होंने अपने अंदर जिहड़ा कोई गुस्सा नहीं लिया भी इन्हें मैनू ठुड्डा मारिया तो मैं गुरु हाँ तो मैं भी ये 2 मार सकदा, ऐसा नहीं होया। तो इवें अंदर दी दृढ़ता जिहड़ी है गुरु अमरदास महाराज ने अपने अंदर रखी है। तो ये किन्ना भी दुख आवे, किन्नी भी मुसीबत आवे, ये पंक्ति सानू जिहड़ा गुरु अमरदास महाराज के जीवन की आखी हुई अंदर दा हौसला जिहड़ा है वो प्रदान करदी है।
कई बारी कोई बहुता दुख आवे, कोई मुसीबत पवे तो साढ़े वर्गे आखते ने कि मैं नहीं जी हुण गुरुद्वारा साहिब जाना, मेरा नहीं जी पाठ करनों जी करदा। पर गुरु अमरदास महाराज का जीवन वेखो कि इस तरह का टिकाव उन्होंने अपने अंदर लै करके आए हैं। फिर है जाने बिरथा जी की जानी हूँ जान। गुरु अमरदास महाराज तुसीं हर एक दे अंदर दी बिरथा नूं, पीड़ा नूं, दर्द नूं जानदे हो, सब कुछ जानन वाले हो। क्या सालाही सच्चे पातशाह जां तू सुगड़ सुजान। मैं केड़ी केड़ी तेरी सिफत करां, तू सुगड़ ते सुजान, सब कुछ जानन वाला, सब कुछ समझन वाला है। ते तेरे अगे सिर्फ एक बेनती है कि दान जे सतगुर भावसी सो सत्ते दान। भाई सत्ता जी इत्थों आखदे ने कि हे गुरु अमरदास महाराज मैं तेरी सिफत कर रहा हाँ, तो जे इस सिफत के बदले कोई मैनू दान करना चाहते हो तो मैनू वो दान पाउंदा है जो तुहानू चंगा लगता है। आम तौर पर असीं जो मेरे मन नूं चंगा लगता है उसे दी ही मंग करते हैं, उसे दी जाचना बेनती करते हाँ। पर जिहड़े गुरु के प्यारे ने वो जदों मंग करते हैं, बेनती करते हैं तो ये आखते हैं भी जो तुहानू चंगा लगता होवे, जो तुहानू लगे भी मेरे वास्ते सही है, मैनू ओदी बख्शिश करो। दान जे सतगुर भावसी सो सत्ते दान। मैनू उही दान चंगा जो तुहानू भा जावे, जो तुहानू चंगा लगता होवे। क्योंकि मेरी मत थोड़ी है, मेरी अकल छोटी है, मैं सिर्फ पदार्थ पे मंगदा हाँ। पदार्थ जिहड़े ने ये नाश हो जाते हैं, इस करके तेरे दर तो वो कुछ मंगदा हाँ जो तैनू चंगा लगता होवे भी मेरे वास्ते सही है। तो फिर अगे पंक्ति है, नानक हंदा छतर सिद उम्मत हैरान। तो जिहड़ा छतर गुरु नानक साहब महाराज दे सिर ते झुलदा सी, वो छतर गुरु अंगद साहब महाराज दे सिर ते झुलिया, ते उही छतर गुरु अमरदास महाराज जी दे सिर ते अज झुलदा है। ते उम्मत हैरान, लोकाई हैरान हो रही है। लोकाई इस गल वास्ते हैरान हो रही है भी जिस उम्र के तकाजे दे अंदर अज फरीदा कूजड़ा सह कोहां थी ओम, एक पानी का जिहड़ा है वो घड़ा भी वो सैकड़े कोहां की दूरी ते जापदा जो बिल्कुल नेड़े पिया होवे। ते उस उम्र विच गुरु अमरदास महाराज पातशाह जी ने सतगुरु गुरु अंगद साहब महाराज की शरण विच रह करके ऐसी सेवा की, ऐसी बंदगी की है कि गुरु पदवी तक पहुँच गए। लोग हैरान हो रहे हैं। फिर आखिरी पंक्ति है जी, सो टिक्का सो बहना सोई दीवान। हे गुरु अमरदास महाराज तुहाडे मस्तक उत्ते ओही बख्शिश का टिक्का है, ओही तुहाडा बैठना आसन है, ते ओही तुहाडा दीवान। दीवान दे दो अर्थ, एक है कचहरी ते दूजा है आसरा। असल में कचहरी जिहड़ा है वो निआसरियां नूं आसरा ही हुंदा है, ते रब दे घर दा ये जिहड़ा दीवान है ये निआसरियां वास्ते आसरा ही है। ते हे गुरु अमरदास महाराज तुहाडे घर विच, तुहाडे दर विच सदा इंसाफ है। पियो दादे जे विहा पोतरा प्रवान। जिहो जा दादा हो जा पिता, ते ओहो जा अज गुरु अमरदास पोतरा रूप प्रवान हो गए। इस पौड़ी तो असीं भी गुरु ग्रंथ साहिब महाराज जी के चरणों में बेनती करिए कि सिੱਖੀ वाला जीवन जिहड़ा है वो साडे घरां विच आवे, साडे बच्चे वो गुरु की सिੱਖੀ नूं धारण करन, केसाधारी होण, अमृत की दात प्राप्त करन, ते अपने अंदर जिहड़ा गुरु के शब्द दे राही दृढ़ता बनाउण। ये अरदास असीं सारियां ने करनी है। धन गुरु अमरदास महाराज जी के जीवन की इस सिद्ध सलाह की गल भाई सत्ता जी ने इस 6वीं पौड़ी में सांझी की है, जिहदी विचार करदियां होइयां बेअंत भुलां संगत गुरु ग्रंथ साहिब महाराज जी बख्शण जोग हो। भुलां ना चितारदे होए फतेह नाल सांझ पाओ ते सारे आखो जी वाहिगुरू जी का खालसा वाहिगुरू जी की फतेह।